मेरा मुर्शिद सोना, सोना सोना मेरा मुर्शिद। कि एक बार एक आदमी ਜਿਹੜਾ ਕਿ ਬੜਾ ਨੇਕ ਸੀ, ਜਦੋਂ ਉਹਦੀ ਉਮਰ 80-90 ਸਾਲ ਦੀ ਹੋਈ ਤਾਂ ਉਹਦੀ ਮੌਤ ਹੋਈ। ਜਦੋਂ ਮੌਤ ਹੋਈ ਤਾਂ ਉਹਦੀ ਆਤਮਾ ਸਵਰਗ 'ਚ ਪਹੁੰਚੀ। ਇਹ ਕਹਾਣੀ ਸਿਰਫ ਸਾਨੂੰ ਗਿਆਨ ਦੇਣ ਵਾਸਤੇ ਹੈ। ਸਮਝਣਾ ਜ਼ਰਾ ਸਾਰਿਆਂ ਨੂੰ ਬੜੀ ਜ਼ਰੂਰੀ ਹੈ। ਅਗਰ ਇਹਨੂੰ ਸਮਝ ਗਏ ਤਾਂ ਸਾਡੇ ਜੀਵਨ 'ਚ ਅਸੀਂ ਬਹੁਤ ਕੁਝ ਹਾਸਿਲ ਕਰ ਸਕਦੇ ਹਾਂ। ਕਿ ਜਦੋਂ ਉਹਦੀ ਆਤਮਾ ਸਵਰਗ 'ਚ ਪਹੁੰਚੀ ਤਾਂ ਉਸ ਵੇਲੇ ਕਹਿੰਦੇ ਸਵਰਗ ਵਿੱਚ ਪਰਮਾਤਮਾ ਦੀ ਆਵਾਜ਼ ਆਈ ਕਿ ਐ ਮੇਰੇ ਬੱਚੇ, ਤੇਰਾ ਸਵਰਗ ਵਿੱਚ ਸਵਾਗਤ ਹੈ। ਇਸ ਲਈ ਆ ਦੇਖ, ਮੈਂ ਸਵਰਗ ਵਿੱਚ ਤੇਰੇ ਵਾਸਤੇ ਘਰ ਤਿਆਰ ਕੀਤਾ ਹੈ। ਕਿਉਂਕਿ ਪਰਮਾਤਮਾ, ਉਹ ਪ੍ਰਭੂ ਵਾਕਈ ਉਹ ਸਾਡਾ ਪਿਤਾ ਹੈ, ਸਾਨੂੰ ਹਰ ਖੁਸ਼ੀ ਦੇਣਾ ਚਾਹੁੰਦਾ ਹੈ। ਇਸ ਲਈ ਉਹ ਕਹਿੰਦੇ ਆ ਸਵਰਗ ਵਿੱਚ ਤੇਰਾ ਸਵਾਗਤ ਹੈ, ਮੈਂ ਤੇਰੇ ਵਾਸਤੇ ਘਰ ਤਿਆਰ ਕੀਤਾ ਹੈ। ਚਲੋ ਘਰ ਦੇਖ ਆਪਣਾ। ਹੁਣ ਕਹਿੰਦੇ ਉਹ ਆਦਮੀ ਦੀ ਆਤਮਾ ਜਦੋਂ ਉਸ ਘਰ 'ਚ ਗਈ ਜਿਹੜਾ ਸਵਰਗ ਵਿੱਚ ਉਹਦੇ ਵਾਸਤੇ ਤਿਆਰ ਸੀ, ਉਹਨੇ ਜਦੋਂ ਘਰ ਦੇਖਿਆ, ਘਰ ਬੜਾ ਸੁੰਦਰ ਸੀ, ਘਰ ਦਾ ਹਰ ਕਮਰਾ ਬੜਾ ਸੁੰਦਰ ਸੀ। ਉਹ ਕਹਿ ਰਿਹਾ, ਵਾਹ ਪਰਮਾਤਮਾ, ਵਾਹ ਪ੍ਰਭੂ, ਤੂੰ ਤਾਂ ਬੜਾ ਸੋਹਣਾ ਘਰ ਬਣਾਇਆ ਮੇਰੇ ਵਾਸਤੇ। ਪਰਮਾਤਮਾ ਨੇ ਕਿਹਾ, ਉਹ ਵੀ ਕਮਰਾ ਦੇਖ, ਆ ਵੀ ਕਮਰਾ ਦੇਖ। ਜਿੱਦਾਂ ਬੰਦਾ ਆਪਣੇ ਘਰ ਆਏ ਮਹਿਮਾਨ ਨੂੰ ਦਿਖਾਉਂਦਾ ਨਾ, ਆਹ ਦੇਖੋ ਡਰਾਇੰਗ ਰੂਮ ਹੈ, ਆਹ ਦੇਖੋ ਬੈਡਰੂਮ ਹੈ, ਆਹ ਦੇਖੋ ਕਿਚਨ ਹੈ। ਯਾਨੀ ਇਸੇ ਤਰ੍ਹਾਂ ਪਰਮਾਤਮਾ ਨੂੰ ਕਹੇ, ਆ ਵੀ ਕਮਰਾ ਦੇਖ, ਆ ਵੀ ਦੇਖੇ ਵੀ ਮੈਂ ਤੇਰੇ ਵਾਸਤੇ ਬਣਾਇਆ ਹੈ। ਹੁਣ ਹਰ ਕਮਰਾ ਉਹਨੇ ਦੇਖਿਆ, ਬੜਾ ਖੁਸ਼ ਹੋ ਰਿਹਾ ਹੈ। ਤਾਂ ਫਿਰ ਪਰਮਾਤਮਾ ਨੇ ਕਿਹਾ, ਹੁਣ ਇੱਕ ਕਮਰਾ ਜੋ ਤੇਰੇ ਵਾਸਤੇ ਦੇਖਣਾ ਬਹੁਤ ਜ਼ਰੂਰੀ ਹੈ, ਉਹ ਵੀ ਦੇਖ ਲੈ। ਹੁਣ ਜਦੋਂ ਕਹਿੰਦੇ ਉਹਨੇ ਉਸ ਕਮਰੇ ਦਾ ਦਰਵਾਜ਼ਾ ਖੋਲਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ। ਕੀ ਹੈਰਾਨ ਰਹਿ ਗਿਆ? ਕਿ ਉਸ ਕਮਰੇ ਵਿੱਚ ਨਾ ਛੋਟੀਆਂ ਚੀਜ਼ਾਂ ਰੱਖੀਆਂ ਹੋਈਆਂ ਸੀ, ਜਿੱਦਾਂ ਕਾਰ ਰੱਖੀ ਹੋਈ ਸੀ, ਕੁਰਸੀ ਰੱਖੀ ਹੋਈ ਸੀ, ਜਾਂ ਉਹ ਚੀਜ਼ਾਂ ਰੱਖੀਆਂ ਸੀ ਜਿਹਦੇ ਕਦੀ ਉਹਨਾਂ ਬਚਪਨ ਵਿੱਚ ਸੁਪਨੇ ਦੇਖੇ ਸੀ। ਉਹ ਕਹਿੰਦਾ, ਵਾਹ ਪਰਮਾਤਮਾ, ਆਹ ਚੀਜ਼ਾਂ ਤਾਂ ਜਦੋਂ ਮੈਂ ਬਚਪਨ ਸੀ ਮੇਰਾ, ਕਿਉਂਕਿ ਕਈ ਵਾਰ ਬੱਚੇ ਛੋਟੇ ਹੁੰਦੇ ਨਾ, ਉਹਨੂੰ ਪੁੱਛੋ, ਬੇਟਾ ਕੀ ਚਾਹੁੰਦਾ ਹੈ ਤੂੰ? ਲੈ, ਮੈਂ ਡਾਕਟਰ ਬਣਨਾ ਚਾਹੁੰਦਾ ਹਾਂ, ਮੈਂ ਇੰਜੀਨੀਅਰ ਬਣਨਾ ਚਾਹੁੰਦਾ ਹਾਂ। ਉਹ ਕਈ ਕੁਝ ਦੱਸਦੇ, ਮੈਂ ਪਾਇਲਟ ਬਣਨਾ ਚਾਹੁੰਦਾ ਹਾਂ। ਕਈ ਸੁਪਨੇ ਹੁੰਦੇ ਬੱਚਿਆਂ ਦੇ। ਇਦਾਂ ਤੁਸੀਂ ਵੀ ਕਈ ਵਾਰ ਕਿਹਾ ਹੋਏਗਾ ਬਚਪਨ ਦੇ ਵਿੱਚ, ਕਿਹਾ ਕਿ ਨਹੀਂ? ਜਦੋਂ ਇਹ ਪੁੱਛਦਾ ਕੀ ਬਣਨਾ ਹੈ, ਮੈਂ ਆਹ ਬਣਨਾ ਹੈ, ਮੈਂ ਆਹ ਬਣਨਾ ਹੈ। ਹੁਣ ਉੱਥੇ ਪਰਮਾਤਮਾ ਨੇ ਡਾਕਟਰ ਦੀ ਡਿਗਰੀ, ਕਈ ਡਿਗਰੀਆਂ, ਉਹ ਕਾਰ, ਕਈ ਮਾਡਲ ਜਿੱਦਾਂ ਹੁੰਦੇ ਨੇ ਛੋਟੇ ਤਿਆਰ ਕੀਤੇ, ਉਹ ਰੱਖੇ ਹੋਏ ਸੀ। ਘਰ ਦਾ ਮਾਡਲ, ਹਰ ਚੀਜ਼ ਰੱਖੀ ਹੋਈ ਸੀ। ਉਹ ਕਹਿੰਦਾ ਹੈ, ਪਰਮਾਤਮਾ, ਮੈਂ ਬਚਪਨ 'ਚ ਸੀ, ਆਹ ਮੇਰਾ ਸੁਪਨਾ ਸੀ, ਇਹ ਵੀ ਇੱਥੇ ਮਾਡਲ ਪਿਆ ਹੋਇਆ ਹੈ। ਮਾਡਲ ਦਾ ਮਤਲਬ ਸਮਝਦੇ ਹੋ ਨਾ? ਇੱਕ ਹੁੰਦੀ ਅਸਲੀ ਚੀਜ਼, ਇੱਕ ਹੁੰਦੀ ਉਹਦਾ ਕਾਪੀ, ਛੋਟੀ ਚੀਜ਼। ਉਹ ਮਾਡਲ ਪਿਆ। ਔਰ ਇਹ ਪਰਮਾਤਮਾ, ਫਿਰ ਮੈਂ ਜਵਾਨ ਹੋਇਆ ਤਾਂ ਮੈਂ ਘਰ ਦਾ ਸੁਪਨਾ ਦੇਖਿਆ ਸੀ, ਬਿਲਕੁਲ ਆਹੀ ਘਰ ਦਾ ਸੁਪਨਾ ਦੇਖਿਆ ਸੀ ਜਿਹੜੀ ਇੱਥੇ ਮਾਡਲ ਬਣਾ ਕੇ ਰੱਖਿਆ ਹੋਇਆ ਹੈ। ਇਹ ਪ੍ਰਭੂ, ਇਹ ਕੀ ਚੀਜ਼ਾਂ ਹੈ? ਪਰਮਾਤਮਾ ਕਹਿੰਦੇ, ਇਹੀ ਤਾਂ ਮੈਂ ਤੈਨੂੰ ਦੱਸਣਾ ਚਾਹੁੰਦਾ। ਇਹ ਉਹ ਚੀਜ਼ਾਂ ਹੈ ਜਿਹੜੀਆਂ ਤੂੰ ਦੁਨੀਆ ਤੇ ਸੋਚੀਆਂ ਸੀ, ਤੂੰ ਉਹਦਾ ਸੁਪਨਾ ਦੇਖਿਆ ਸੀ, ਉਧਰ ਤੂੰ ਸੋਚਿਆ ਸੀ, ਇੱਧਰ ਮੈਂ ਤੇਰੇ ਵਾਸਤੇ ਇੱਥੇ ਤਿਆਰ ਕਰ ਲਿਆ ਸੀ। ਜ਼ਰਾ ਹੁਣ ਗੌਰ ਕਰਨਾ। ਤਾਂ ਹੀ ਕਿਹਾ ਇਹ ਕਹਾਣੀ ਸਾਡੇ ਸਭ ਦੇ ਵਾਸਤੇ ਬੜੀ ਜ਼ਰੂਰੀ ਹੈ। ਪਰਮਾਤਮਾ ਨੇ ਕਿਹਾ, ਉਧਰ ਤੂੰ ਸੋਚਿਆ ਸੀ, ਤੂੰ ਉਧਰ ਸੋਚਿਆ, ਇੱਧਰ ਮੈਂ ਤਿਆਰੀ ਸ਼ੁਰੂ ਕਰ ਦਿੱਤੀ ਕਿ ਮੇਰੇ ਬੱਚੇ ਨੇ ਸੋਚਿਆ ਤਾਂ ਮੈਂ ਇਹਨੂੰ ਪੂਰਾ ਕਰਨਾ ਹੈ। ਪਰ ਫਿਰ ਹੋਇਆ ਕੀ? ਤੂੰ ਸੋਚਿਆ, ਮੈਂ ਇੱਧਰ ਤਿਆਰੀ ਸ਼ੁਰੂ ਕਰਤੀ, ਪਰ ਬੇਟਾ ਤੂੰ ਮੇਰੇ ਤੇ ਭਰੋਸਾ ਕਰਨ ਦੀ ਬਜਾਏ, ਆਪਣੇ ਆਪ ਤੇ ਭਰੋਸਾ ਕਰਨ ਦੀ ਬਜਾਏ, ਤੂੰ ਦੁਨੀਆ ਦੀਆਂ ਗੱਲਾਂ ਵਿੱਚ ਆ ਕੇ, ਦੁਨੀਆ ਦੇ ਪਿੱਛੇ ਲੱਗ ਕੇ ਮਿਹਨਤ ਨਹੀਂ ਕੀਤੀ, ਕੋਸ਼ਿਸ਼ ਨਹੀਂ ਕੀਤੀ। ਇਸ ਲਈ ਇਹ ਚੀਜ਼ ਤੇਰੇ ਤੱਕ ਪਹੁੰਚ ਹੀ ਨਹੀਂ ਪਾਈ। ਨਹੀਂ ਤਾਂ ਮੈਂ ਤਾਂ ਤਿਆਰ ਸੀ ਦੇਣ ਨੂੰ। ਕਾਸ਼ ਤੂੰ ਦੁਨੀਆ ਦੀ ਗੱਲ ਨਾ ਸੁਣ ਕੇ, ਦੁਨੀਆ ਦੇ ਪਿੱਛੇ ਨਾ ਲੱਗ ਕੇ ਮੇਰੇ ਤੇ ਵਿਸ਼ਵਾਸ ਕੀਤਾ ਹੁੰਦਾ ਕਿ ਮੈਂ ਇਹ ਸੁਪਨਾ ਦੇਖਿਆ ਹੈ, ਮੈਂ ਮਿਹਨਤ ਕਰਨੀ ਹੈ ਤਾਂ ਮੇਰਾ ਪਿਤਾ ਇਹਨੂੰ ਪੂਰਾ ਜ਼ਰੂਰ ਕਰੇਗਾ ਤੇ ਚੀਜ਼ ਤੇਰੇ ਤੱਕ ਪਹੁੰਚ ਵੀ ਜਾਣੀ ਸੀ। ਸਮਝ ਰਹੇ ਹੋ ਕਿ ਨਹੀਂ? ਪਰ ਹੁੰਦਾ ਕੀ ਹੈ, ਬੰਦਾ ਕੋਈ ਸੁਪਨਾ ਦੇਖਦਾ ਹੈ, ਆਪਣੇ ਯਾਰਾਂ ਦੋਸਤਾਂ ਨੂੰ ਦੱਸਦਾ ਹੈ, ਆਹ ਮੇਰਾ ਸੁਪਨਾ। ਉਹ ਮਜ਼ਾਕ ਉਹਨਾਂ ਨੂੰ, ਲੈ ਉਹ ਇਹ ਕਿੱਥੇ ਹੋਣਾ ਆ, ਤੂੰ ਐਵੇਂ ਸੋਚੀ ਜਾਂਦਾ ਹੈ, ਸ਼ੇਖ ਚਿੱਲੀ ਵਾਲੇ ਸੁਪਨੇ ਦੇਖੀ ਜਾਂਦਾ ਹੈ, ਇਹ ਕਿੱਥੇ ਪੂਰਾ ਹੋਣਾ ਹੈ, ਤੇ ਤੂੰ ਕਿੱਥੇ ਹੋਣਾ ਹੈ। ਫਿਰ ਬੰਦਾ ਕੀ ਕਰਦਾ ਹੈ, ਉਹਨਾਂ ਦੀ ਗੱਲ ਵਿੱਚ ਆ ਜਾਂਦਾ ਹੈ, ਆਪਣੇ ਆਪ ਤੇ ਭਰੋਸਾ ਨਹੀਂ ਕਰਦਾ, ਆਪਣੇ ਮਾਲਿਕ ਤੇ ਭਰੋਸਾ ਨਹੀਂ ਕਰਦਾ, ਆਪਣੇ ਰੱਬ ਤੇ ਪਿਤਾ ਤੇ ਭਰੋਸਾ ਨਹੀਂ ਕਰਦਾ, ਉਹਨਾਂ ਦੀ ਗੱਲਾਂ 'ਚ ਆ ਜਾਂਦਾ। ਅੱਛਾ, ਫਿਰ ਤਾਂ ਯਾਰ ਕੋਈ ਛੋਟਾ ਹੀ ਸੋਚਣਾ ਪੈਣਾ ਹੈ। ਹੁਣ ਫਰਜ਼ ਕਰੋ, ਉਦਾਹਰਨ ਦੇ ਰਹੇ ਹਾਂ, ਤੁਸੀਂ ਕੋਈ ਸੋਚੋ ਨਾ, ਮੈਂ ਵੀ ਕਰੋੜ ਦੀ ਕੋਠੀ ਲੈਣੀ ਹੈ, ਤਾਂ ਕਿਸੇ ਨੇ ਕਹਿਣਾ, ਲੈ
ਤੂੰ ਲੈ ਲੈਣੀ ਕਰੋੜ ਦੀ ਕੋਠੀ ਜਾਂ ਤੂੰ ਲੈ ਲੈਣੀ 50 ਲੱਖ ਦੀ ਕੋਠੀ। ਕਮਾਲ ਦੀ ਗੱਲ ਹੈ। ਉਹ ਕੋਈ ਤੂੰ 10 ਲੱਖ ਦਾ ਘਰ ਹੀ ਲੈ ਲਵੇ ਤਾਂ ਵਧੀਆ। ਬੰਦੇ ਨੇ ਕਹਿਣਾ ਹਾਂ ਯਾਰ ਫਿਰ ਹੁਣ 50 ਲੱਖ ਦੀ ਤਾਂ ਨਹੀਂ, ਚਲੋ ਫਿਰ 15 ਲੱਖ ਦੀ ਤਾਂ ਲੈ ਹੀ ਸਕਦਾ। ਹਾਂ ਇੰਨੀ ਕੁ ਲੈ ਸਕਦਾ। ਤਾਂ ਰੱਬ ਵੀ ਕਹਿੰਦਾ ਤੂੰ 50 ਦੀ ਸੋਚਿਆ ਸੀ, ਮੈਂ 50 ਨੂੰ ਦੇਣ ਨੂੰ ਤਿਆਰ ਸੀ, ਪਰ ਤੂੰ ਦੁਨੀਆ ਦੇ ਪਿੱਛੇ ਲੱਗ ਕੇ ਖੁਦ ਮਿਹਨਤ ਨਹੀਂ ਕੀਤੀ, ਇਸ ਲਈ ਉਹ ਚੀਜ਼ ਤੇਰੇ ਤੱਕ ਨਹੀਂ ਪਹੁੰਚੀ। ਕਿਉਂਕਿ ਫਿਰ ਤੇਰੀ ਸੋਚ ਇੱਥੋਂ ਇੱਥੇ ਆ ਗਈ, ਤਾਂ ਜਿੱਥੇ ਤੇਰੀ ਸੋਚ ਆਣੀ ਮੈਂ ਉਨਾ ਹੀ ਤੈਨੂੰ ਦੇਣਾ ਹੈ। ਇਸ ਲਈ ਜੇ ਤੂੰ ਮੇਰੇ ਤੇ ਵਿਸ਼ਵਾਸ ਰੱਖੇ ਕਿ ਠੀਕ ਹੈ ਇਸ ਵੇਲੇ ਮੇਰੀ ਔਕਾਤ ਬੇਸ਼ੱਕ ਥੋੜੀ ਹੈ, ਪਰ ਮੇਰੇ ਪਿਤਾ ਦੀ ਔਕਾਤ ਉਹ ਬਹੁਤ ਬੜੀ ਹੈ। ਮੈਂ ਮਿਹਨਤ ਕਰੂੰਗਾ ਤਾਂ ਮੈਨੂੰ ਉੱਤੇ ਵਿਸ਼ਵਾਸ ਹੋ, ਮੈਨੂੰ ਕੱਖ ਤੋਂ ਲੱਖ ਤੱਕ ਲੈ ਕੇ ਜਾਏਗਾ, ਤਾਂ ਫਿਰ ਮੈਂ 50 ਵੀ ਦਿੰਦਾ। ਸਮਝਣਾ। ਇਸ ਲਈ ਅਸੀਂ ਤੁਹਾਨੂੰ ਇੱਥੇ ਗੱਲ ਕਵਾਂਗੇ ਕਿ ਕਹਾਣੀ ਬੇਸ਼ੱਕ ਚਾਹੇ ਤੁਹਾਨੂੰ ਸਮਝਾਉਣ ਵਾਸਤੇ ਬਣਾਈ, ਪਰ ਕਿਤੇ ਨਾ ਕਿਤੇ ਕਹਾਣੀ ਹਕੀਕਤ ਹੈ ਕਿ ਜਦੋਂ ਤੁਸੀਂ ਕੋਈ ਸੁਪਨਾ ਦੇਖਦੇ ਹੋ ਨਾ, ਤਾਂ ਜ਼ਰਾ ਹੁਣ ਗੌਰ ਕਰਨਾ। ਸੱਚ ਦੱਸਿਓ, ਜਿਹੜੇ ਮਾਤਾ ਪਿਤਾ ਇਸ ਲਈ ਬੈਠੇ ਹੈ, ਅਗਰ ਉਹਨਾਂ ਦੇ ਛੋਟੇ ਬੱਚੇ ਕੋਈ ਸੁਪਨਾ ਕਹਿਣ ਕਿ ਪਿਤਾ ਜੀ ਮੇਰਾ ਸੁਪਨਾ ਆਇਆ, ਡੈਡੀ ਮੇਰਾ ਸੁਪਨਾ ਹੈ, ਤਾਂ ਤੁਹਾਡੀ ਕੋਸ਼ਿਸ਼ ਹੁੰਦੀ ਕਿ ਨਹੀਂ ਜੇ ਸੁਪਨਾ ਅੱਛਾ ਹੋਵੇ ਤਾਂ ਤੁਸੀਂ ਜਾਨ ਲਾ ਦਿੰਦੇ ਹੋ ਕਿ ਆਪਣੇ ਬੱਚੇ ਦਾ ਸੁਪਨਾ ਮੈਂ ਪੂਰਾ ਕਰਨਾ, ਕਿਉਂਕਿ ਅੱਛੀ ਚੀਜ਼ ਹੈ। ਹਾਂ ਕੋਈ ਗਲਤ ਕੰਮ ਹੋਵੇ ਤਾਂ ਫੇਰ ਅਸੀਂ ਰੋਕਦੇ ਹਾਂ। ਜੇ ਬੱਚਾ ਕਹੇ ਮੇਰਾ ਸੁਪਨਾ ਹੈ ਕਿ ਮੈਂ ਸਿਗਰਟ ਪੀਣੀ ਹੈ, ਸ਼ਰਾਬ ਪੀਣੀ, ਕੋਈ ਨਸ਼ਾ ਕਰਨਾ, ਤਾਂ ਫੇਰ ਮਾਂ-ਬਾਪ ਕਹਿੰਦੇ ਨਹੀਂ ਪੁੱਤੇ ਚੰਗਾ ਨਹੀਂ ਹੈ, ਤੇਰੀ ਸਿਹਤ ਵਾਸਤੇ, ਤੇਰੇ ਫਿਊਚਰ ਵਾਸਤੇ ਚੰਗਾ ਨਹੀਂ ਹੈ, ਇਹਨੂੰ ਬੰਦ ਕਰ। ਪਰ ਜੇ ਬੱਚੇ ਦਾ ਸੁਪਨਾ ਹੋਵੇ ਕਿ ਮੈਂ ਡਾਕਟਰ ਬਣਨਾ ਹੈ, ਮੈਂ ਇੰਜੀਨੀਅਰ ਬਣਨਾ ਹੈ, ਜਾਂ ਮੈਂ ਆਹ ਚੀਜ਼ ਕਰਨੀ ਹੈ, ਤਾਂ ਤੁਸੀਂ ਕਰਜ਼ਾ ਚੱਕ ਕੇ ਫੀਸਾਂ ਭਰਦੇ ਹੋ ਕਿ ਨਹੀਂ? ਤੁਸੀਂ ਉਧਾਰ ਲੈ ਕੇ ਆਪਣਾ ਪੇਟ ਕੱਟ ਕੇ ਬੱਚੇ ਦੀਆਂ ਫੀਸਾਂ ਭਰਦੇ ਹੋ, ਤਾਂ ਕਿ ਜੇ ਮੇਰਾ ਬੱਚਾ ਕੋਈ ਅਫਸਰ ਬਣਨਾ ਚਾਹੁੰਦਾ ਹੈ, ਡਾਕਟਰ ਬਣਨਾ ਚਾਹੁੰਦਾ ਹੈ, ਕੋਈ ਵਕੀਲ ਬਣਨਾ ਚਾਹੁੰਦਾ ਹੈ, ਤਾਂ ਇਹਦੀ ਕੋਸ਼ਿਸ਼, ਮੇਰੀ ਕੋਸ਼ਿਸ਼ ਹੈ ਇਹਦੇ ਹਰ ਸੁਪਨੇ ਨੂੰ ਪੂਰਾ ਕਰਾਂ, ਚਾਹੇ ਮੈਨੂੰ ਭੁੱਖਾ ਪਿਆਸਾ ਰਹਿਣਾ ਪਵੇ, ਚਾਹੇ ਰਾਤ ਦਿਨ ਓਵਰ ਟਾਈਮ ਲਾ ਕੇ ਕੰਮ ਕਰਨਾ ਪਵੇ। ਤੁਹਾਡੀ ਕੋਸ਼ਿਸ਼ ਹੁੰਦੀ ਹੈ ਕਿ ਨਹੀਂ? ਇਹੀ ਤਾਂ ਫਿਰ ਇੱਥੇ ਇਹੀ ਤਾਂ ਅਸੀਂ ਸਮਝਣਾ ਹੈ ਕਿ ਜੇ ਸਾਡੇ ਅੰਦਰ ਇਹ ਭਾਵਨਾ ਹੁੰਦੀ ਕਿ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰੀਏ, ਪਰ ਹੁਣ ਇੱਕ ਗੱਲ ਇੱਥੇ ਇਹ ਵੀ ਨਾਲ ਪੁਆਇੰਟ ਆਉਂਦਾ ਹੈ ਕਿ ਤੁਹਾਡੀ ਤਾਂ ਭਾਵਨਾ ਹੈ ਕਿ ਬੱਚੇ ਦਾ ਸੁਪਨਾ ਪੂਰਾ ਹੋਵੇ, ਪਰ ਬੱਚਾ ਸੁਪਨਾ ਦੇਖੇ, ਤੁਹਾਨੂੰ ਦੱਸੇ, ਤਾਂ ਬਾਅਦ ਚੋਂ ਯਾਰਾਂ ਦੋਸਤਾਂ ਮਗਰ ਲੱਗ ਕੇ ਮਿਹਨਤ ਕਰਨੀ ਬੰਦ ਕਰ ਦੇਵੇ, ਤਾਂ ਤੁਹਾਡਾ ਕੀ ਦੋਸ਼ ਫਿਰ? ਸਮਝਦੇ ਹੋ ਕਿ ਨਹੀਂ? ਹੁਣ ਉਹਨੇ ਤੁਹਾਨੂੰ ਕਿਹਾ ਪਿਤਾ ਜੀ ਮੈਂ ਡਾਕਟਰ ਬਣਨਾ, ਫਰਜ਼ ਕਰੋ ਉਦਾਹਰਨ ਦੇ ਰਹੇ ਹਾਂ, ਤੁਸੀਂ ਕਹਿੰਦੇ ਬੇਟਾ ਠੀਕ ਹੈ, ਡਾਕਟਰ ਦੀ ਇੰਨੀ ਫੀਸ ਹੁੰਦੀ ਹੈ, ਕਾਲਜ ਜਾਣਾ ਪੈਂਦਾ, ਮੈਂ ਦੇਣ ਨੂੰ ਤਿਆਰ ਹਾਂ। ਪਰ ਜੇ ਬੱਚਾ ਹੁਣ ਯਾਰਾਂ ਦੋਸਤਾਂ ਮਗਰ ਲੱਗ ਜਾਵੇ, ਉਹ ਨਹੀਂ ਵੀ ਮੈਡੀਕਲ ਤਾਂ ਬੜਾ ਔਖਾ ਹੈ, ਉਹ ਪੜ੍ਹਾਈ ਬੜੀ ਟਫ ਹੈ, ਬੜੀ ਉਹਦੇ 'ਚ ਮਿਹਨਤ ਕਰਨੀ ਪੈਂਦੀ ਹੈ, ਬੜੀਆਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਹੈ, ਤੇ ਤੂੰ ਕਿੱਥੇ ਹੋਣਾ ਹੈ? ਹੁਣ ਬੱਚਾ ਸੋਚ ਕੇ ਹੀ ਮਿਹਨਤ ਕਰਨੀ ਬੰਦ ਕਰ ਦੇਵੇ, ਤਾਂ ਬਾਪ ਤਾਂ ਤਿਆਰ ਸੀ ਦੇਣ ਨੂੰ, ਪਰ ਹੁਣ ਮਿਹਨਤ ਤਾਂ ਬੱਚੇ ਨੇ ਕਰਨੀ ਹੈ ਨਾ। ਜੇ ਬੱਚਾ ਮਿਹਨਤ ਕਰੇਗਾ ਤਾਂ ਬਾਪ ਹਰ ਜਗ੍ਹਾ ਖੜਾ ਹੈ, ਤਾਂ ਜੇ ਬੱਚਾ ਹੀ ਮਿਹਨਤ ਨਾ ਕਰੇ ਤਾਂ ਬਾਪ ਨੇ ਕਹਿਣਾ ਬੇਟਾ ਹੁਣ ਮੈਂ ਕੀ ਕਰ ਸਕਦਾ, ਕਿਉਂਕਿ ਪੜ੍ਹਨਾ ਤੈਨੂੰ ਪੈਣਾ ਹੈ, ਮੈਂ ਪੈਸਾ ਦੇ ਸਕਦਾ ਹਾਂ, ਮੈਂ ਤੇਰਾ ਸਾਥ ਦੇ ਸਕਦਾ, ਪਰ ਚੱਲਣਾ ਤਾਂ ਤੈਨੂੰ ਪੈਣਾ ਹੈ। ਇਹੀ ਹਾਲਤ ਉਹ ਰੱਬ ਦੀ ਹੈ। ਜਰਾ ਯਾਦ ਰੱਖਣਾ, ਹੋ ਸਕਦਾ ਤੁਸੀਂ ਵੀ ਜਦੋਂ ਦੁਨੀਆ ਤੋਂ ਜਾਓ ਤਾਂ ਰੱਬ ਤੁਹਾਨੂੰ ਵੀ ਮਾਡਲ ਦਿਖਾਵੇ, ਦੇਖ ਲੈ ਬਈ ਮੈਂ ਤੇਰੇ ਵਾਸਤੇ ਆ ਵੀ ਤਿਆਰ ਕੀਤਾ ਸੀ, ਕਿਉਂਕਿ ਤੂੰ ਸੋਚਿਆ ਸੀ, ਕਦੀ ਕਦੀ ਤੇਰੇ ਮਨ 'ਚ ਖਿਆਲ ਆਉਂਦਾ ਸੀ ਮੈਨੂੰ ਆਹ ਮਿਲੇ, ਮੈਨੂੰ ਆਹ ਚਾਹੀਦਾ ਹੈ, ਮੈਂ ਇੱਥੇ ਪਹੁੰਚਣਾ ਹੈ, ਮੈਂ ਤਾਂ ਹਰ ਤਰ੍ਹਾਂ ਦਾ ਤਿਆਰ ਸੀ, ਪਰ ਤੂੰ ਹੀ ਦੁਨੀਆ ਤੇ ਯਕੀਨ ਕਰਕੇ ਮਿਹਨਤ ਕਰਨੀ ਬੰਦ ਕਰ ਦਿੱਤੀ। ਤੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਕੀਤਾ, ਤੂੰ ਮੇਰੀ ਰਹਿਮਤ ਤੇ ਵਿਸ਼ਵਾਸ ਨਹੀਂ ਕੀਤਾ, ਤੂੰ ਦੁਨੀਆ ਦੀਆਂ ਗੱਲਾਂ ਵਿੱਚ ਆ ਕੇ ਹਿੰਮਤ ਹੀ ਹਾਰ ਕੇ ਬਹਿ ਗਿਆ, ਤਾਂ ਫਿਰ ਮੈਂ ਕੀ ਕਰ ਸਕਦਾ? ਇਸ ਲਈ ਇੱਥੇ ਤੁਹਾਨੂੰ ਇੱਕ ਗੱਲ ਕਵਾਂਗੇ ਕਿ ਕੋਈ ਵੀ ਕਰਮ ਕਰਨਾ ਹੈ ਨਾ, ਕੋਈ ਵੀ ਕਰਮ ਕਰਨਾ ਹੈ, ਸੋ ਜਿੱਦਾਂ ਦੱਸਿਆ ਕੁਝ ਰੂਲ ਦੱਸਣੇ ਆ ਤੁਹਾਨੂੰ, ਤਾਂ ਪਹਿਲਾ ਰੂਲ ਇਹ ਹੈ ਕਿ ਪੂਰੇ ਵਿਸ਼ਵਾਸ ਦੇ ਨਾਲ ਆਪਣੇ ਹਰ ਦਿਨ ਦੀ ਸ਼ੁਰੂਆਤ ਕਰੋ। ਸਮਝਦੇ ਹੋ ਕਿ ਨਹੀਂ? ਇਹਨੂੰ ਸ਼ਾਰਟ ਵਿੱਚ ਰੱਖਿਆ, ਪੂਰੇ ਵਿਸ਼ਵਾਸ ਨਾਲ ਦਿਨ ਦੀ ਸ਼ੁਰੂਆਤ ਕਰੋ। ਵਿਸ਼ਵਾਸ ਦਾ ਮਤਲਬ ਕੀ ਹੈ ਕਿ ਕੋਈ ਵੀ ਦਿਨ ਜਦੋਂ ਚੜ੍ਹਦਾ ਹੈ ਨਾ, ਅੱਖਾਂ ਖੁੱਲਦੀਆਂ ਹੈ, ਤਾਂ ਪੂਰਾ ਵਿਸ਼ਵਾਸ ਰੱਖੋ ਕਿ ਇਹ ਦਿਨ ਮੇਰੀ ਕਾਮਯਾਬੀ ਦਾ ਦਿਨ ਹੈ, ਇਹ ਦਿਨ ਮੇਰੀ ਸਫਲਤਾ ਦਾ ਦਿਨ ਹੈ, ਇਹ ਦਿਨ ਖੁਸ਼ੀਆਂ ਦਾ ਦਿਨ ਹੈ, ਕਿਉਂਕਿ ਇਹ ਦਿਨ ਮੈਨੂੰ ਮੇਰੇ ਪਿਤਾ ਨੇ ਦਿੱਤਾ ਹੈ, ਔਰ ਮੇਰਾ ਪਿਤਾ ਹਰ ਕਦਮ ਤੇ ਮੇਰੇ ਨਾਲ ਹੈ, ਤੇ ਜੇ ਉਹ ਮੇਰੇ ਨਾਲ ਹੈ ਤਾਂ ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ। ਇਸ ਵਿਸ਼ਵਾਸ ਨਾਲ ਹਰ ਦਿਨ ਦੀ ਸ਼ੁਰੂਆਤ ਕਰਨੀ। ਕਰੋਗੇ ਕਿ ਨਹੀਂ? ਇਹ ਰੂਲ ਮੰਨੋਗੇ ਕਿ ਨਹੀਂ? ਕਿਉਂਕਿ ਇਹ ਰੂਲ ਤੁਹਾਡੇ ਫਾਇਦੇ ਵਾਸਤੇ ਹੀ ਹੈ। ਅਗਰ ਇਹ ਫੋਲੋ ਕਰੋਗੇ ਨਾ, ਤਾਂ ਯਾਦ ਰੱਖੋ ਤੁਹਾਡੀ ਜ਼ਿੰਦਗੀ 'ਚ ਬਦਲਾਵ ਇੱਕ ਮਹੀਨੇ 'ਚ ਨਾ ਆਇਆ ਤਾਂ ਫਿਰ ਸਾਨੂੰ ਕਹਿ ਦਿਓ ਆਗੇ। ਸਮਝਦੇ ਹੋ? ਪਰ ਦਿਲੋਂ ਮੰਨਣਾ ਹੈ, ਇਹ ਨਹੀਂ ਕਿ ਉੱਪਰੋਂ ਕਹੀ ਜਾਣਾ ਮੈਨੂੰ ਪੂਰਾ ਵਿਸ਼ਵਾਸ ਹੈ, ਪਰ ਅੰਦਰੋਂ ਡਰੀ ਜਾਣਾ, ਪਤਾ ਨਹੀਂ ਕੀ ਹੋਣਾ ਹੈ, ਹਾਏ ਪਤਾ ਨਹੀਂ ਕੀ ਹੋਣਾ ਹੈ, ਦਰਵਾਜ਼ਾ ਖੜ ਕੇ ਕਿਤੇ ਕੋਈ ਦੁਸ਼ਮਣੀ ਨਾ ਆ ਜਾਏ। ਨਹੀਂ, ਕਿਉਂਕਿ ਫਿਰ ਕਵਾਂਗੇ ਕਿ ਜਿੱਦਾਂ ਬਾਬਾ ਫਰੀਦ ਨੇ ਕਿਹਾ ਨਾ ਕਿ ਸੰਸਾਰਿਕ ਵਿੱਚ ਔਰ
ਫਕੀਰਾਂ ਵਿੱਚ ਫਰਕ ਕੀ ਹੈ। ਅਸੀਂ ਇੱਥੇ ਦੱਸਾਂਗੇ ਕਿ ਸੰਸਾਰਿਕ ਵਿੱਚ ਔਰ ਇੱਕ ਫਕੀਰ ਦੇ ਵਿੱਚ ਜਾਂ ਇੱਕ ਧਿਆਨੀ ਵਿੱਚ ਫਰਕ ਕੀ ਹੈ। ਅਸੀਂ ਦੂਜੇ ਢੰਗ ਨਾਲ ਸਮਝਾਵਾਂਗੇ, ਸਮਝਾ ਦਈਏ ਕਿ ਇੱਕ ਸੰਸਾਰਿਕ ਵਿੱਚ ਔਰ ਫਕੀਰ ਦੀ ਸੋਚ ਵਿੱਚ ਜਾਂ ਇੱਕ ਧਿਆਨ ਕਰਨ ਵਾਲੇ ਦੀ ਸੋਚ ਵਿੱਚ ਕੀ ਫਰਕ ਹੁੰਦਾ ਹੈ। ਸੰਸਾਰਿਕ ਪਤਾ ਕੀ ਸੋਚਦਾ ਹੈ ਕਿ ਕੋਈ ਵੀ ਚੀਜ਼ ਹੋਵੇ ਉਹਨਾਂ ਨੈਗੇਟਿਵ ਹੀ ਸੋਚਣਾ ਹੈ, ਬੁਰਾ ਹੀ ਸੋਚਣਾ ਹੈ। ਜਿੱਦਾਂ ਫਰਜ਼ ਕਰੋ ਉਹ ਕਿਸੇ ਨੂੰ ਫੋਨ ਕਰਦਾ ਹੈ, ਅਗਲਾ ਫੋਨ ਨਹੀਂ ਚੱਕਦਾ, ਲੈ ਮੈਨੂੰ ਇਗਨੋਰ ਕਰ ਦਿੱਤਾ, ਮੇਰਾ ਫੋਨ ਨਹੀਂ ਚੁੱਕਿਆ ਉਹਨੇ, ਇਹਦਾ ਮਤਲਬ ਹੁਣ ਉਹਦੇ ਦਿਲ 'ਚ ਮੇਰੀ ਇੱਜ਼ਤ ਨਹੀਂ ਰਹੀ, ਮੇਰਾ ਪਿਆਰ ਨਹੀਂ ਰਿਹਾ। ਇਹ ਸੰਸਾਰਿਕ ਸੋਚ ਸੋਚ ਕੇ ਦੁਖੀ ਹੁੰਦਾ, ਗੁੱਸਾ ਕਰਦਾ ਹੈ। ਤਾਂ ਧਿਆਨੀ ਬੰਦਾ ਪਤਾ ਕੀ ਸੋਚਦਾ ਹੈ, ਅੱਛਾ ਫੋਨ ਨਹੀਂ ਚੱਕਿਆ, ਸ਼ਾਇਦ ਕਿਤੇ ਚਾਰਜ ਲਾ ਕੇ ਬਾਹਰ ਗਿਆ ਹੋਣਾ ਹੈ, ਜਾਂ ਵਿਚਾਰਾ ਕਿਤੇ ਬਿਜ਼ੀ ਹੋਣਾ ਹੈ, ਹੋ ਸਕਦਾ ਫੋਨ ਅੰਦਰ ਪਿਆ ਹੋਵੇ, ਆਪ ਬਾਹਰ ਬੈਠਾ ਹੋਵੇ। ਔਰ ਇਹ ਸੋਚ ਕੇ ਉਹ ਸ਼ਾਂਤ ਹੋ ਕੇ ਬਹਿ ਜਾਂਦਾ ਕਿ ਜਦੋਂ ਉਹਨਾਂ ਦੇਖਣਾ ਕਰ ਲੈਣਾ, ਜੇ ਨਹੀਂ ਕੀਤਾ ਦੁਬਾਰਾ ਅੱਧੇ ਘੰਟੇ ਬਾਅਦ ਕਰ ਲਵਾਂਗੇ, ਟੈਨਸ਼ਨ ਦੀ ਕੀ ਲੋੜ ਹੈ। ਸੰਸਾਰਿਕ ਮਾੜੀ ਮਾੜੀ ਗੱਲ ਨੂੰ ਵਧਾ ਦਿੰਦਾ ਹੈ। ਸੰਸਾਰਿਕ ਦਾ ਕੋਈ ਰਿਸ਼ਤੇਦਾਰ, ਕੋਈ ਬੱਚਾ ਲੇਟ ਹੋ ਜਾਵੇ, ਹਾਏ ਕਿਤੇ ਐਕਸੀਡੈਂਟ ਤਾਂ ਨਹੀਂ ਹੋ ਗਿਆ, ਕਿਤੇ ਉਹਦੇ ਸੱਟ ਚੋਟ ਤਾਂ ਨਹੀਂ ਲੱਗੀ, ਉਹਨਾਂ ਬੁਰਾ ਹੀ ਸੋਚਣਾ ਹੈ। ਤਾਂ ਜਿਹੜਾ ਧਿਆਨ ਕਰਨ ਵਾਲਾ, ਆਪਣੇ ਰੱਬ ਤੇ ਵਿਸ਼ਵਾਸ ਕਰਨ ਵਾਲਾ, ਉਹ ਕਹਿੰਦਾ ਲੈ ਬੁਰਾ ਤਾਂ ਉਹਦਾ ਹੋ ਹੀ ਨਹੀਂ ਸਕਦਾ, ਕਿਤੇ ਬਿਜ਼ੀ ਹੋ ਗਿਆ ਹੋਣਾ, ਯਾਰਾ ਦੋਸਤਾਂ 'ਚ ਬੈਠ ਗਿਆ ਹੋਣਾ, ਕੁਝ ਖਾਣ ਪੀਣ ਲੱਗ ਗਿਆ ਹੋਣਾ ਹੈ, ਕਿਉਂਕਿ ਮੇਰਾ ਮਾਲਿਕ ਉਹਦੇ ਨਾਲ ਹੈ ਤਾਂ ਉਹਦੇ ਨਾਲ ਚੰਗਾ ਤਾਂ ਹੋਣਾ ਹੀ ਹੈ, ਮਾੜਾ ਕਦੀ ਹੋ ਹੀ ਨਹੀਂ ਸਕਦਾ। ਇੱਕ ਵਿਸ਼ਵਾਸੀ ਹਮੇਸ਼ਾ ਉਹ ਚੀਜ਼ ਸੋਚਦਾ ਜੋ ਉਹਨੂੰ ਖੁਸ਼ੀ ਦਿੰਦੀ ਹੈ, ਤੇ ਇੱਕ ਸੰਸਾਰਿਕ ਹਮੇਸ਼ਾ ਖਾਵਾਂ ਖਾਂ ਦੀ ਟੈਨਸ਼ਨ ਲੈਂਦਾ ਰਹਿੰਦਾ ਹੈ। ਤੇਰਾ ਸੋਚ ਕੇ ਦੇਖਣਾ। ਹੁਣ ਕਈ ਵਾਰ ਹੁੰਦਾ ਨਾ, ਕੋਈ ਬੰਦਾ ਤੁਰਿਆ ਜਾਂਦਾ ਇੱਧਰੋਂ ਨੰਗੇ, ਉਹਨਾਂ ਦੇਖਿਆ ਨਹੀਂ ਮੇਰੇ, ਹੁਣ ਉਹਦੇ ਮਨ 'ਚ ਮੇਰਾ ਪਿਆਰ ਨਹੀਂ ਰਿਹਾ, ਇੱਜ਼ਤ ਨਹੀਂ ਰਹੀ, ਉਹ ਚਲਾ ਗਿਆ ਵਿਚਾਰਾ, ਔਰ ਇਹ ਘਰ ਬੈਠਾ ਦੁਖੀ ਹੋ ਰਿਹਾ ਹੈ, ਪਰੇਸ਼ਾਨ ਹੋ ਰਿਹਾ ਹੈ, ਰੋਟੀ ਵੀ ਛੱਡ ਦਿੱਤੀ, ਉਹਨੇ ਅੱਜ ਮੇਰੇ ਨਾਲ ਇਦਾਂ ਕਿਉਂ ਕੀਤੀ, ਕਾਹਤੇ ਕੀਤੀ। ਤਾਂ ਜਿਹੜਾ ਧਿਆਨ ਕਰਨ ਵਾਲਾ ਬੰਦਾ ਹੁੰਦਾ ਹੈ, ਉਹ ਕਹਿੰਦਾ ਅੱਛਾ ਉਹ ਵਿਚਾਰਾ ਕੋਈ ਪਰੇਸ਼ਾਨੀ 'ਚ ਹੋ ਸਕਦਾ, ਉਹਨੂੰ ਪੁੱਛ ਲਵਾਂ ਫੋਨ ਕਰਕੇ, ਭਾਈ ਤੂੰ ਠੀਕ ਹੈ, ਕੋਈ ਟੈਨਸ਼ਨ ਤਾਂ ਨਹੀਂ, ਕੋਈ ਚਿੰਤਾ ਤਾਂ ਨਹੀਂ ਤੈਨੂੰ, ਕਿਉਂਕਿ ਅੱਜ ਮੈਂ ਤੈਨੂੰ ਮਿਲਿਆ, ਅੱਜ ਤੂੰ ਦੇਖਿਆ ਤੱਕ ਨਹੀਂ ਮੇਰੇ ਵੱਲ, ਕਿਹੜੇ ਖਿਆਲਾਂ 'ਚ ਖੋਇਆ ਸੀ, ਉਹ ਸਭ ਠੀਕ ਤਾਂ ਹੈ ਨਾ, ਸਿਹਤ ਤਾਂ ਠੀਕ ਹੈ ਤੇਰੀ, ਪਰ ਪਰਿਵਾਰ ਦੇ ਮੈਂਬਰ ਤਾਂ ਠੀਕ ਹੈ ਨਾ, ਯਾਨੀ ਉਹ ਹਰ ਚੀਜ਼ ਨੂੰ ਪੋਜ਼ਿਟਿਵ ਲੈ ਕੇ ਚੱਲਦਾ ਹੈ। ਹੁਣ ਤੁਸੀਂ ਕੀ ਹੋ ਜਿਹੜੇ ਮਾੜੀ ਮਾੜੀ ਗੱਲ ਨੂੰ ਨੈਗੇਟਿਵਿਟੀ ਨਾਲ ਜੋੜ ਦਿੰਦੇ ਹੋ? ਜਰਾ ਗੌਰ ਕਰਨਾ, ਜਾਂ ਹਰ ਗੱਲ ਤੇ ਪੋਜ਼ਿਟਿਵ ਸੋਚਦੇ ਹੋ? ਇਹ ਤੁਸੀਂ ਵਿਚਾਰ ਕਰਨਾ ਥੋੜਾ ਜਿਹਾ ਕਿ ਅਗਰ ਕੋਈ ਵੀ ਚੀਜ਼ ਹੁੰਦੀ ਹੈ ਨਾ, ਤਾਂ ਜਿਹੜਾ ਧਿਆਨ ਕਰਨ ਵਾਲਾ ਹੈ ਉਹ ਹਰ ਚੀਜ਼ ਵਿੱਚੋਂ ਕੁਛ ਨਾ ਕੁਛ ਪੋਜ਼ਿਟਿਵ ਪਕੜਨ ਦੀ ਕੋਸ਼ਿਸ਼ ਕਰਦਾ ਹੈ, ਪੋਜ਼ਿਟਿਵ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਔਰ ਪੋਜ਼ਿਟਿਵ ਸੋਚ ਕੇ ਉਹ ਖੁਸ਼ ਰਹਿੰਦਾ ਹੈ। ਤਾਂ ਜਿਹੜਾ ਸੰਸਾਰਿਕ ਹੁੰਦਾ ਹੈ ਉਹ ਪੋਜ਼ਿਟਿਵ ਚੀਜ਼ ਵਿੱਚੋਂ ਵੀ ਨੈਗੇਟਿਵ ਨੂੰ ਫੜ ਲੈਂਦਾ ਹੈ, ਉਹ ਬੁਰਾ ਹੀ ਸੋਚਦਾ ਹੈ, ਔਰ ਬੁਰਾ ਸੋਚ ਸੋਚ ਕੇ ਆਪਣੇ ਆਪ ਨੂੰ ਹਰ ਵੇਲੇ ਪਰੇਸ਼ਾਨ ਕਰਦਾ, ਔਰ ਬਿਮਾਰੀਆਂ ਨਾਲ ਭਰਪੂਰ ਹੁੰਦਾ ਚਲਾ ਜਾਂਦਾ ਹੈ। ਇਸ ਲਈ ਆਪਣੀ ਆਦਤ ਬਣਾਓ ਕਿ ਅਸੀਂ ਹਰ ਚੀਜ਼ ਨੂੰ ਪੋਜ਼ਿਟਿਵ ਢੰਗ ਨਾਲ ਸੋਚਣਾ ਹੈ। ਸਮਝਦੇ ਹੋ ਕਿ ਨਹੀਂ? ਕੋਈ ਵੀ ਚੀਜ਼ ਨੂੰ ਮਾੜੇ ਪਾਸੇ ਨਹੀਂ ਜਾਣ ਦੇਣਾ, ਕਿਉਂਕਿ ਮਾੜਾ ਸੋਚਾਂਗੇ ਤਾਂ ਮਾੜਾ ਹੋਵੇ ਜਾਂ ਨਾ ਹੋਵੇ, ਪਰ ਸੋਚਣ ਨਾਲ ਹੀ ਜੋ ਸਾਡੇ ਅੰਦਰ ਹੋਣਾ ਹੈ ਨਾ, ਉਹਦਾ ਪ੍ਰਭਾਵ ਸਾਡੇ ਜੀਵਨ ਤੇ ਜ਼ਰੂਰ ਪੈਣਾ ਹੈ। ਕਿਉਂਕਿ ਮਾੜਾ ਸੋਚਣ ਨਾਲ ਜੋ ਅੰਦਰ ਚਿੰਤਾ ਪੈਦਾ ਹੋਣੀ ਹੈ, ਕ੍ਰੋਧ ਪੈਦਾ ਹੋਣਾ, ਗੁੱਸਾ ਪੈਦਾ ਹੋਣਾ ਹੈ। ਹੁਣ ਬਾਹਰ ਕੁਝ ਮਾੜਾ ਹੋਵੇ ਨਾ ਹੋਵੇ, ਪਰ ਸੋਚ ਦੇ ਨਾਲ ਹੀ ਤੁਹਾਡੇ ਅੰਦਰ ਮਾੜਾ ਹੋਣਾ ਜ਼ਰੂਰ ਸ਼ੁਰੂ ਹੋ ਗਿਆ, ਉਹਦਾ ਪ੍ਰਭਾਵ ਤੁਹਾਡੇ ਜੀਵਨ ਤੇ ਜ਼ਰੂਰ ਪੈਣਾ ਹੈ। ਇਸ ਲਈ ਜਿਹੜਾ ਸਿਮਰਨ ਕਰਨ ਵਾਲਾ ਹੈ ਜਾਂ ਆਪਣੇ ਮਾਲਿਕ ਤੇ ਵਿਸ਼ਵਾਸ ਕਰਨ ਵਾਲਾ ਹੈ, ਉਹ ਹਮੇਸ਼ਾ ਪੋਜ਼ਿਟਿਵ ਸੋਚਦਾ ਹੈ, ਅੱਛਾ ਸੋਚਦਾ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਅੱਜ ਤੋਂ ਤੁਸੀਂ ਵੀ, ਹੁਣ ਤੁਸੀਂ ਕਹਿੰਦੇ ਜੀ ਪੋਜ਼ਿਟਿਵ ਸੋਚਣ ਨਾਲ ਕੀ ਹੋਣਾ ਹੈ, ਇੱਕ ਗੱਲ ਹਮੇਸ਼ਾ ਯਾਦ ਰੱਖੋ, ਜਿਹੜਾ ਪੋਜ਼ਿਟਿਵ ਸੋਚਣਾ ਸ਼ੁਰੂ ਕਰ ਦਿੰਦਾ ਹੈ ਨਾ, ਤਾਂ ਉਹਦੇ ਜੀਵਨ 'ਚ ਫਿਰ ਪੋਜ਼ਿਟਿਵ ਰਿਜ਼ਲਟ ਆਣੇ ਵੀ ਹੌਲੀ ਹੌਲੀ ਸ਼ੁਰੂ ਹੋ ਜਾਂਦੇ ਹੈ, ਕਿਉਂਕਿ ਸਾਡੀ ਸੋਚ ਦਾ ਪ੍ਰਭਾਵ ਪੈਂਦਾ ਹੈ। ਇਹ ਗੱਲ ਹਮੇਸ਼ਾ ਯਾਦ ਰੱਖਣਾ। ਜੇ ਇਨਸਾਨ ਖੁਸ਼ ਰਹਿਣਾ ਸ਼ੁਰੂ ਕਰ ਦੇਵੇ ਨਾ, ਤਾਂ ਹੌਲੀ ਹੌਲੀ ਉਹਦੇ ਜੀਵਨ 'ਚ ਖੁਸ਼ੀਆਂ ਆਣੀਆਂ ਵੀ ਸ਼ੁਰੂ ਹੋ ਜਾਂਦੀਆਂ ਹੈ। ਤਾਂ ਜੇ ਇਨਸਾਨ ਹਰ ਵੇਲੇ ਚਿੰਤਾ ਹੀ ਕਰੀ ਜਾਵੇ, ਤਾਂ ਫਿਰ ਉਹਦੇ ਜੀਵਨ 'ਚ ਚਿੰਤਾ ਵੱਧਦੀ ਚਲੀ ਜਾਂਦੀ ਹੈ। ਇਸ ਲਈ ਅਸੀਂ ਕਈ ਵਾਰ ਦੱਸੀਦਾ ਕਿ ਮਹਾਤਮਾ ਬੁੱਧ ਨੇ 2500 ਸਾਲ ਪਹਿਲਾਂ ਇਹ ਗੱਲ ਕਹਿ ਦਿੱਤੀ ਸੀ ਕਿ ਤੂੰ ਜੋ ਸੋਚਦਾ ਹੈ ਨਾ, ਉਹੀ ਤੂੰ ਬਣ ਜਾਂਦਾ ਹੈ, ਜਾਂ ਉਹੀ ਤੇਰੇ ਨਾਲ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਗੱਲ ਹਮੇਸ਼ਾ ਯਾਦ ਰੱਖਣਾ। ਔਰ ਅੱਜ ਇਹ ਮਨੋਵਿਗਿਆਨ, ਅਸੀਂ ਕਈ ਵਾਰ ਇਹਦਾ ਜ਼ਿਕਰ ਕੀਤਾ, ਅੱਜ ਵੀ ਕਰਾਂਗੇ ਕਿ ਅੱਜ ਮਨੋਵਿਗਿਆਨ ਨੇ ਵੀ ਇਹ ਚੀਜ਼ ਦੇ ਉੱਤੇ ਮੋਹਰ ਲਾਈ ਹੈ, ਸੱਚਾਈ ਤੇ। ਸਮਝਣਾ ਜ਼ਰਾ, ਕਿਉਂਕਿ ਜਿੱਦਾਂ ਨਾ ਇੱਕ ਭੌਤਿਕ ਵਿਗਿਆਨ ਹੁੰਦਾ ਹੈ, ਜਿਹਨੂੰ ਆਪਾਂ ਕਹਿੰਦੇ ਵਿਗਿਆਨ ਨੇ ਸੂਰਜ ਬਾਰੇ ਖੋਜਿਆ, ਚੰਦਰਮੇ ਬਾਰੇ ਖੋਜਿਆ, ਸਿਤਾਰਿਆਂ ਬਾਰੇ ਖੋਜਿਆ। ਇੱਕ ਹੁੰਦਾ ਮਨੋਵਿਗਿਆਨ ਜੋ ਮਨ ਦੇ ਉੱਤੇ ਖੋਜਾਂ ਕਰਦਾ ਹੈ। ਹੁਣ ਮਨੋਵਿਗਿਆਨ ਨੇ ਇਹ ਚੀਜ਼ ਕਹੀ ਹੈ ਕਿ ਜੋ ਤੂੰ ਸੋਚਦਾ ਹੈ ਉਹੀ ਤੂੰ ਬਣ ਜਾਂਦਾ ਹੈ। ਸਮਝਦੇ ਹੋ ਕਿ ਨਹੀਂ? ਜੋ ਤੂੰ ਸੋਚਦਾ ਹੈ
ਉਹੀ ਬਣ ਜਾਂਦਾ ਹੈ। ਤਾਂ ਜੇ ਹੁਣ ਬਣਨਾ ਹੀ ਉਹ ਹੈ ਤਾਂ ਫਿਰ ਜ਼ਰਾ ਸੋਚੋ ਮੈਂ ਕੀ ਬਣਨਾ ਚਾਹੁੰਦਾ ਹਾਂ। ਹੁਣ ਬਣਨ ਦਾ ਮਤਲਬ ਇਹ ਨਹੀਂ ਕਿ ਬੰਦਾ ਸੋਚੇ ਕਿ ਮੈਂ ਪਾਇਲਟ ਬਣ ਗਿਆ। ਬਣਨ ਦਾ ਮਤਲਬ ਹੈ ਕਿ ਮੈਂ ਖੁਸ਼ੀ ਚਾਹੁੰਦਾ ਹਾਂ, ਮੈਂ ਤੰਦਰੁਸਤੀ ਚਾਹੁੰਦਾ ਹਾਂ, ਮੈਂ ਕੀ ਚਾਹੁੰਦਾ ਹਾਂ। ਹਾਂ, ਜੇ ਬੱਚਾ ਸੋਚੇ, ਪਾਇਲਟ ਦੀ ਗੱਲ ਤੇ ਆ ਜਾਈਏ, ਬੱਚਾ ਸੋਚੇ ਮੈਂ ਪਾਇਲਟ ਬਣਨਾ, ਮਿਹਨਤ ਕਰੇ ਤਾਂ ਪਾਇਲਟ ਬਣ ਸਕਦਾ ਹੈ। ਪਰ ਇੱਕ 80 ਸਾਲ ਦਾ ਬੰਦਾ ਸੋਚੇ ਤਾਂ ਉਹਨਾਂ ਕਹਿਣਾ ਮੈਂ ਤਾਂ ਸੋਚਿਆ ਸੀ, ਬਣਿਆ ਕਿਉਂ ਨਹੀਂ? ਭਾਈ ਬਣ ਤੂੰ ਵੀ ਸਕਦਾ ਸੀ, ਪਰ ਜਦੋਂ ਟਾਈਮ ਸੀ ਉਦੋਂ ਨਹੀਂ ਤੂੰ ਸੋਚਿਆ। ਸਮਝਦੇ ਹੋ ਕਿ ਨਹੀਂ? ਇਸ ਲਈ ਅੱਜ ਅਗਰ ਅਸੀਂ ਖੁਸ਼ ਹੋਣਾ ਚਾਹੁੰਦੇ ਹਾਂ ਤਾਂ ਫਿਰ ਆਪਣੇ ਅੰਦਰ ਸੋਚੋ ਮੈਂ ਬਹੁਤ ਖੁਸ਼ ਹਾਂ। ਕਿਉਂਕਿ ਜਰਾ ਅਸੀਂ ਕਿਉਂ ਇਹ ਗੱਲ ਤੁਹਾਨੂੰ ਕਹੀਦੀ ਹੈ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਮੈਂ ਬਹੁਤ ਖੁਸ਼ ਹਾਂ, ਮੈਂ ਬਹੁਤ ਖੁਸ਼ ਹਾਂ, ਦਿਲੋਂ ਕਹਿੰਦੇ ਹੋ, ਤਾਂ ਤੁਹਾਡੇ ਅੰਦਰ ਖੁਸ਼ੀ ਦੀਆਂ ਉਹ ਵੇਵਸ, ਉਹ ਤਰੰਗਾਂ ਉੱਠਣੀਆਂ ਸ਼ੁਰੂ ਹੋ ਜਾਂਦੀਆਂ। ਜਿੱਦਾਂ ਸਮੁੰਦਰ ਚੋਂ ਲਹਿਰਾਂ ਉੱਠਦੀਆਂ ਨਾ, ਇੱਦਾਂ ਖੁਸ਼ੀ ਦੀਆਂ ਤਰੰਗਾਂ ਉੱਠਣੀਆਂ ਸ਼ੁਰੂ ਹੋ ਜਾਂਦੀਆਂ ਹੈ। ਔਰ ਅੱਜ ਇਹ ਵੀ ਗੱਲ ਕਹੀ ਗਈ ਹੈ ਕਿ ਅਗਰ ਤੂੰ ਦੁਖੀ ਵੀ ਹੈ ਨਾ ਤਾਂ ਖੁਸ਼ ਹੋਣ ਦੀ ਐਕਟਿੰਗ ਸ਼ੁਰੂ ਕਰ ਦੇ। ਬੋਲੋ, ਸਮਝਦੇ ਹੋ ਕਿ ਨਹੀਂ? ਖੁਸ਼ ਹੋਣ ਦੀ ਕੀ ਕਰਨਾ ਹੈ? ਐਕਟਿੰਗ ਸ਼ੁਰੂ ਕਰ ਦੇ। ਫਰਜ਼ ਕਰੋ ਤੁਸੀਂ ਦੁਖੀ ਹੋ, ਸ਼ੀਸ਼ੇ ਮੂਹਰੇ ਖੜ ਕੇ ਝੂਠਾ ਹੱਸਣਾ ਸ਼ੁਰੂ ਕਰ ਦਿਓ, ਝੂਠਾ ਹੀ ਹੱਸਣਾ ਸ਼ੁਰੂ ਕਰ ਦਿਓ। ਤੁਸੀਂ ਦੇਖੋਗੇ ਝੂਠਾ ਹੱਸਦੇ ਹੱਸਦੇ 1-2 ਮਿੰਟ 'ਚ ਉਹ ਝੂਠੀ ਖੁਸ਼ੀ ਵੀ ਅਸਲੀ ਬਣ ਜਾਏਗੀ। ਤੁਹਾਡੇ ਅੰਦਰ ਸੱਚੀ ਹੱਸੀ ਆਣੀ ਸ਼ੁਰੂ ਹੋ ਜਾਏਗੀ। ਔਰ ਤੁਸੀਂ ਖੁਸ਼ ਹੋ ਪਰ ਝੂਠਾ ਜਿਹਾ ਨਾ ਢਿੱਲਾ ਜਿਹਾ ਮੂੰਹ ਬਣਾ ਕੇ ਰੋਣਾ ਸ਼ੁਰੂ ਕਰ ਦਿਓ, ਯਾਨੀ ਉਦਾਸ ਜੇ, ਤਾਂ ਤੁਸੀਂ ਦੇਖੋਗੇ ਥੋੜੀ ਦੇਰ 'ਚ ਉਹ ਜਿਹੜੀ ਝੂਠੀ ਉਦਾਸੀ ਉਹ ਸੱਚਮੁੱਚ ਅਸਲੀ ਬਣ ਜਾਣੀ ਹੈ। ਤਾਂ ਹੀ ਤਾਂ ਕਈ ਵਾਰ ਕੋਈ ਝੂਠਾ ਰੋਣਾ ਰੋਂਦੇ ਰੋਂਦੇ ਉਹ ਸੱਚੀ ਰੋਣ ਲੱਗ ਜਾਂਦਾ, ਤਾਂ ਕੋਈ ਝੂਠਾ ਹਾਸਾ ਹੱਸਦੇ ਹੱਸਦੇ ਸੱਚੀ ਹੱਸਣ ਲੱਗ ਜਾਂਦਾ ਹੈ। ਇਹ ਮਨੋਵਿਗਿਆਨ ਦੀ ਖੋਜ ਹੈ। ਇਸ ਕਰਕੇ ਔਰ ਅਸੀਂ ਹਮੇਸ਼ਾ ਕਹੀ ਤਾਂ ਜੋ ਖੋਜਦੇ ਨਾ, ਮੰਨੋ ਨਾ, ਐਕਸਪੈਰੀਮੈਂਟ ਕਰਕੇ ਦੇਖੋ। ਹੁਣ ਜਰਾ ਝੂਠਾ ਹੀ ਹੱਸ ਕੇ ਦੇਖ ਲਓ ਮਾੜਾ ਜਿਹਾ। ਤੁਸੀਂ ਕਦੀ ਕਰਨਾ, ਜੇ ਘਰ ਦੇ 4 ਮੈਂਬਰ ਆ ਨਾ ਤਾਂ ਇੱਕ ਦੂਜੇ ਵੱਲ ਦੇਖ ਕੇ ਕਹੋ ਹੱਸੀ ਆਂਦੀ ਨਹੀਂ, ਚੱਲ ਇੱਕ ਦੂਜੇ ਨੂੰ ਦੇਖ ਕੇ ਝੂਠਾ ਹੀ ਹੱਸਣਾ ਹੈ, ਤਾਂ ਤੁਸੀਂ ਦੇਖੋਗੇ ਇੱਕ ਦੂਜੇ ਵੱਲ ਦੇਖ ਕੇ ਝੂਠਾ ਹੱਸਦੇ ਹੱਸਦੇ ਉਹ ਹੱਸੀ ਸੱਚਮੁੱਚ ਕੀ ਬਣੇਗੀ? ਅਸਲੀ ਬਣ ਜਾਏਗੀ। ਤੁਸੀਂ ਸੱਚੀ ਨੂੰ ਹੱਸਣਾ ਸ਼ੁਰੂ ਕਰ ਦੋਗੇ। ਕਿਉਂਕਿ ਜੋ ਅਸੀਂ ਐਕਟਿੰਗ ਵੀ ਕਰਦੇ ਆ ਨਾ, ਜੋ ਸਾਡੇ ਹਵਾ ਹੁੰਦੇ ਉਦਾਂ ਦੀਆਂ ਤਰੰਗਾਂ ਸਾਡੀ ਬਾਡੀ ਪੈਦਾ ਕਰਨੀਆਂ ਸ਼ੁਰੂ ਕਰ ਦਿੰਦੀ ਹੈ। ਕਿਉਂਕਿ ਡਾਕਟਰ ਬਰੂਸ ਲਿਪਟਨ ਨੇ ਇਹੀ ਤਾਂ ਗੱਲ ਕਹੀ ਹੈ ਕਿ ਸਾਡਾ ਜਿਹੜਾ ਸਰੀਰ ਹੈ 50,000 ਕਰੋੜ ਸੈੱਲਾਂ ਤੋਂ ਬਣਿਆ ਹੈ, ਤਾਂ ਇਹਨਾਂ ਸੈੱਲਾਂ ਨੂੰ ਕੰਟਰੋਲ ਕਰਦਾ ਹੈ ਸਾਡਾ ਮਾਈਂਡ, ਸਾਡੀ ਸੋਚ। ਜੈਸੀ ਅਸੀਂ ਸੋਚ ਰੱਖਦੇ ਹਾਂ ਸਾਡੇ ਸਰੀਰ ਦੇ ਸੈੱਲ ਵੈਸਾ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੇ। ਸਮਝਦੇ ਹੋ ਕਿ ਨਹੀਂ? ਅਸੀਂ ਉਹ ਵਿਗਿਆਨਿਕ ਦੀ ਖੋਜ ਨੂੰ ਇੱਥੇ ਸ਼ਾਰਟ ਵਿੱਚ ਦੱਸਿਆ ਹੈ ਕਿ ਤੁਹਾਡਾ ਇਹ ਜਿਹੜਾ ਬਾਡੀ ਹੈ ਨਾ ਪੂਰੀ, ਇਹ ਸੈਲਸ ਤੋਂ ਬਣੀ ਹੈ। ਤਾਂ ਹੀ ਤਾਂ ਕਹਿੰਦੇ ਨਾ ਕਿ ਬੰਦਾ ਭਾਈ ਇਹਦੇ ਅੰਦਰ ਸੈੱਲ ਖਤਮ ਹੋ ਗਏ। ਕਈ ਵਾਰ ਹੁੰਦਾ ਕਿ ਨਹੀਂ, ਉਹ ਡੇਂਗੂ ਹੋ ਜਾਵੇ, ਕੁਝ ਹੋ ਜਾਵੇ, ਤਾਂ ਲੈ ਵੀ ਹੁਣ ਇਹਦੇ ਅੰਦਰ ਬਲੱਡ ਸੈੱਲ ਜਿਹੜੇ ਹੈ ਉਹ ਘਟ ਗਏ, ਹੁਣ ਚੜਾਣੇ ਪੈਣੇ ਹੈ। ਯਾਨੀ ਉਹ ਦੱਸਦੇ ਕਿ 50,000 ਟ੍ਰਿਲੀਅਨ ਸੈੱਲਾਂ ਤੋਂ, ਯਾਨੀ 50,000 ਕਰੋੜ ਸੈੱਲਾਂ ਤੋਂ 50 ਟ੍ਰਿਲੀਅਨ ਸੈੱਲਾਂ ਤੋਂ ਤੇਰੀ ਬਾਡੀ ਬਣੀ ਹੈ। ਔਰ ਇਹਨੂੰ ਕੰਟਰੋਲ ਤੇਰਾ ਮਾਈਂਡ ਕਰਦਾ ਹੈ। ਜੇ ਤੂੰ ਸੋਚਣਾ ਸ਼ੁਰੂ ਕਰ ਦੇਵੇਂ ਕਿ ਮੈਂ ਬਹੁਤ ਦੁਖੀ ਜਾਂ ਮੈਂ ਬਹੁਤ ਬਿਮਾਰ ਹਾਂ, ਮੈਨੂੰ ਆਹ ਬਿਮਾਰੀ ਨਾ ਆ ਜਾਵੇ, ਜਿੱਦਾਂ ਹੁਣ ਕਈ ਵਾਰ ਬੰਦਾ ਹਾਏ ਕਿਤੇ ਮੈਨੂੰ ਕੈਂਸਰ ਨਾ ਹੋ ਜਾਵੇ, ਹਾਏ ਕਿਤੇ ਮੈਨੂੰ ਆਹ ਰੋਗ ਨਾ ਹੋ ਜਾਵੇ, ਤਾਂ ਉਹ ਦੱਸਦੇ ਤੇਰੀ ਸੋਚ ਹੈ ਨਾ, ਤਾਂ ਫਿਰ ਕੀ ਚਾਂਸ ਹੈ? ਚਾਂਸ ਹੈ ਫਿਰ ਤੇਰੇ ਸੈੱਲਾਂ ਨੇ ਉਹ ਰੋਗ ਨੂੰ ਆਪਣੇ ਆਪ ਹੀ ਪੈਦਾ ਕਰਨਾ ਸ਼ੁਰੂ ਕਰ ਦੇਣਾ ਹੈ। ਇਸੇ ਲਈ ਤਾਂ ਗੁਰੂ ਰਹਿਬਰ ਕਹਿੰਦੇ ਹੈ ਕਿ ਜਦ ਵੀ ਸੋਚੋ ਅੱਛਾ ਸੋਚੋ। ਜੇ ਸਾਨੂੰ ਖੁਸ਼ੀ ਚਾਹੀਦੀ ਹੈ ਤਾਂ ਫਿਰ ਕਵਾਂਗੇ। ਇਹ ਅਸੀਂ ਦੂਸਰਾ ਗੋਲਡਨ ਰੂਲ ਹੁਣ ਦੱਸਣ ਲੱਗੇ ਹਾਂ ਤੁਹਾਨੂੰ। ਪਹਿਲਾਂ ਜਿਹੜਾ ਹੈ ਕਿ ਪੂਰੇ ਵਿਸ਼ਵਾਸ ਨਾਲ ਆਪਣੇ ਦਿਨ ਦੀ ਕਹਿ ਦਿਓ ਸ਼ੁਰੂਆਤ ਕਰਨੀ ਹੈ। ਕਿ ਜਦੋਂ ਅੱਖਾਂ ਖੁੱਲਣ ਤਾਂ ਸਭ ਤੋਂ ਪਹਿਲਾਂ ਪੂਰੇ ਵਿਸ਼ਵਾਸ ਨਾਲ ਕਹਿਣਾ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅੱਜ ਇਹ ਦਿਨ ਜੇ ਮੈਨੂੰ ਮੇਰੇ ਪਿਤਾ ਨੇ, ਕਿਉਂਕਿ ਕਿਹਨਾਂ ਦਿੱਤਾ ਹੈ ਦਿਨ? ਕਿਹਨਾਂ ਦਿੱਤਾ ਹੈ? ਉਹਨੇ ਦਿੱਤਾ ਹੈ ਨਾ। ਨਹੀਂ ਤਾਂ ਬਹੁਤ ਲੋਕ ਇਦਾਂ ਦੇ ਹੁੰਦੇ ਨੇ ਰਾਤ ਨੂੰ ਸੁੱਤੇ ਪਏ ਹੀ ਦੁਨੀਆ ਤੋਂ ਚਲੇ ਜਾਂਦੇ, ਸਵੇਰੇ ਉਹ ਦਿਨ ਦੇਖਦੇ ਹੀ ਨਹੀਂ ਹੈ। ਇਸ ਲਈ ਇਹ ਦਿਨ ਵੀ ਜਿੱਦਾਂ ਕਬੀਰ ਸਾਹਿਬ ਨੇ ਕਿਹਾ ਹੈ, ਕਬੀਰਾ ਮਾਨੁਸ਼ ਜਨਮ ਤੋਂ ਹਰੀ ਕਿਰਪਾ ਸੇ ਪਾਹੀ। ਕਬੀਰ ਸਾਹਿਬ ਕਹਿੰਦੇ ਕਬੀਰਾ ਮਾਨੁਸ਼ ਜਨਮ ਤੋਂ हरि कृपा से पाही, उसी कृपा को भूल कर दुख में जन्म गवाही। देखो कितनी बड़ी गल कबीर साहब ने अपने छोटे जे शब्द अंदर कहती। वो कहते तेनू ये जीवन किस चीज तो मिलिया? कबीर मानुष जन्म तो हरि कृपा ते पाही, कि हरि ने कृपा की फिर तेनू मनुखा जन्म मिलिया। नहीं तो ये जन्म लैन विच तेरा कोई अपना वो योगदान नहीं है कि बंदे ना कहे मैं अपने जीवन नू आप बनाया। नहीं,
ਤੂੰ ਕਦੋਂ ਮਾਂ ਦੇ ਗਰਭ ਚ ਆਇਆ, ਕਿੱਦਾਂ ਤੇਰਾ ਸਰੀਰ ਬਣਿਆ, ਕਿੱਦਾਂ ਤੇਰਾ ਆਕਾਰ ਬਣਿਆ, ਕਿੱਦਾਂ ਤੇਰੀਆਂ ਅੱਖਾਂ ਬਣੀਆਂ, ਕਿੱਦਾਂ ਦਾ ਤੇਰੇ ਨੈਣ ਨਕਸ਼ ਬਣੇ, ਇਹ ਤੈਨੂੰ ਵੀ ਪਤਾ ਨਹੀਂ ਸੀ। ਇਹ ਉਹਦੀ ਕਿਰਪਾ ਨਾਲ ਸਭ ਕੁਝ ਹੋਇਆ। ਬੋਲੋ ਸਮਝਦੇ ਹੋ ਆਪਣੇ? ਉਹਦੀ ਕਿਰਪਾ, ਕਿਉਂਕਿ ਇਹਦੇ 'ਚ ਬੰਦੇ ਦਾ ਆਪਣਾ ਕੋਈ ਰੋਲ ਨਹੀਂ ਹੈ, ਇਹ 'ਚ ਬੰਦੇ ਦਾ ਆਪਣਾ ਕੋਈ ਯੋਗਦਾਨ ਨਹੀਂ ਹੈ, ਉਹਦੀ ਕਿਰਪਾ ਹੈ। ਇਸ ਲਈ ਕਬੀਰ ਕੇ ਸਾਹਿਬ ਕਹਿੰਦੇ ਹੈ ਕਿ ਕਬੀਰ ਮਨੁੱਖਾ ਜਨਮ ਤੋਂ ਹਰੀ ਕਿਰਪਾ ਸੇ ਪਾਹੀ, ਕਿ ਜੇ ਤੂੰ ਮਨੁੱਖ ਬਣ ਕੇ ਦੁਨੀਆ ਤੇ ਆਇਆ ਤਾਂ ਯਾਦ ਰੱਖ ਉਹਦੀ ਕਿਰਪਾ ਹੈ, ਉਹਦੀ ਰਹਿਮਤ ਹੈ, ਉਹਦੀ ਬਖਸ਼ਿਸ਼ ਹੈ, ਉਹਨੇ ਤੈਨੂੰ ਦੁਨੀਆ ਤੇ ਮਨੁੱਖ ਬਣਾ ਕੇ ਭੇਜਿਆ ਹੈ। ਤਾਂ ਯਾਦ ਰੱਖ, ਜਿਸ ਕਿਰਪਾ ਦੇ ਨਾਲ ਤੈਨੂੰ ਜ਼ਿੰਦਗੀ ਮਿਲੀ ਹੈ, ਜਿਸ ਕਿਰਪਾ ਨਾਲ ਤੈਨੂੰ ਜੀਵਨ ਮਿਲਿਆ ਹੈ, ਜਿਹੜੀ ਕਿਰਪਾ ਨਾਲ ਤੂੰ ਬਣਿਆ ਹੈ, ਕਹਿੰਦੇ ਉਹਦੀ ਕਿਰਪਾ ਨੂੰ ਅੱਜ ਤੂੰ ਭੁੱਲ ਗਿਆ। ਉसी ਕਿਰਪਾ को भूल कर दुख में जन्म गवाही। ਉਹਦੀ ਕਿਰਪਾ ਨਾਲ ਤੂੰ ਬਣਿਆ ਔਰ ਅੱਜ ਉਹਦੀ ਕਿਰਪਾ ਤੇ ਉਹ ਰੱਬ ਦੀਆਂ ਰਹਿਮਤਾਂ ਤੇ ਵਿਸ਼ਵਾਸ ਕਰਨਾ ਤੂੰ ਬੰਦ ਕਰ ਦਿੱਤਾ। ਔਰ ਜਦੋਂ ਇਨਸਾਨ ਜਿਸ ਚੀਜ਼ ਤੋਂ ਬਣਿਆ ਹੈ ਉਹ ਤੇ ਵਿਸ਼ਵਾਸ ਕਰਨਾ ਬੰਦ ਕਰ ਦਿੰਦਾ ਹੈ ਜਾਂ ਉਹ ਤੋਂ ਹੀ ਬੇਮੁਖ ਹੋ ਜਾਂਦਾ ਹੈ ਤਾਂ ਫਿਰ ਦੁਖਮੇ ਜਨਮ ਗਵਾਹੀ, ਫਿਰ ਇਨਸਾਨ ਦੇ ਜੀਵਨ 'ਚ ਦੁੱਖ ਤਕਲੀਫਾਂ ਪਰੇਸ਼ਾਨੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਹੈ। ਇਸ ਲਈ ਫਿਰ ਇੱਕ ਵਾਰ ਕਹਾਂਗੇ, ਯਾਦ ਕਰੋ ਕਿ ਮੈਨੂੰ ਜੀਵਨ ਜੇ ਉਹਦੀ ਰਹਿਮਤ ਨਾਲ ਮਿਲਿਆ ਹੈ ਨਾ, ਉਹਦੀ ਕਿਰਪਾ ਨਾਲ ਮੈਨੂੰ ਜੀਵਨ ਮਿਲਿਆ ਹੈ, ਤਾਂ ਫਿਰ ਮੈਨੂੰ ਉਹਦੀ ਕਿਰਪਾ ਤੇ ਵਿਸ਼ਵਾਸ ਵੀ ਕਰਨਾ ਚਾਹੀਦਾ ਕਿ ਜਦੋਂ ਮੈਂ ਕੁਝ ਨਹੀਂ ਸੀ ਉਦੋਂ ਉਹਨਾਂ ਮੈਨੂੰ ਬਣਾਇਆ ਹੈ, ਤਾਂ ਹੁਣ ਵੀ ਉਹਦੀ ਰਹਿਮਤ ਹਰ ਕਦਮ ਤੇ ਮੇਰੇ ਨਾਲ ਹੈ। ਤਾਂ ਜੇ ਉਹਦੀ ਰਹਿਮਤ ਨਾਲ, ਉਹਦੀ ਕਿਰਪਾ ਨਾਲ ਮੈਂ ਬਣਿਆ ਹਾਂ, ਤਾਂ ਉਹਦੀ ਕਿਰਪਾ ਹਰ ਕਦਮ ਤੇ ਮੇਰੇ ਨਾਲ ਹੈ। ਤਾਂ ਅਸਫਲ ਹੋਣ ਦਾ, ਡਰਨ ਦਾ, ਚਿੰਤਾ ਕਰਨ ਦਾ ਤਾਂ ਕੋਈ ਤੁਕ ਹੀ ਨਹੀਂ ਬਣਦਾ। ਫਿਰ ਚਿੰਤਾ ਕੀ ਕਰਨੀ? ਇਸ ਲਈ ਕਹਿੰਦੇ ਹਰੀ ਕਿਰਪਾ ਕੋ ਭੂਲ ਕਰ, ਕਿਉਂਕਿ ਇੱਕ ਬੰਦਾ ਡਰਦਾ ਕਦੋਂ ਹੈ? ਹੁਣ ਤੁਹਾਨੂੰ ਸਵਾਲ ਕਰਾਂਗੇ ਕਿ ਇੱਕ ਬੰਦਾ ਨਿਰਾਸ਼ ਕਦੋਂ ਹੁੰਦਾ ਹੈ ਕਿ ਮੇਰੇ ਤੋਂ ਆ ਕੰਮ ਨਹੀਂ ਹੋਣਾ ਜਾਂ ਮੈਨੂੰ ਆ ਸਫਲਤਾ ਨਹੀਂ ਮਿਲਣੀ। ਉਹ ਨਿਰਾਸ਼ ਕਦੋਂ ਹੁੰਦਾ ਹੈ? ਉਦੋਂ ਨਿਰਾਸ਼ ਹੁੰਦਾ ਜਦੋਂ ਉਹਨੂੰ ਉਹਦੀ ਕਿਰਪਾ ਤੇ, ਆਪਣੇ ਰੱਬ ਤੇ ਯਕੀਨ ਨਾ ਹੋਵੇ। ਨਹੀਂ ਤਾਂ ਜਿਹਨੂੰ ਉਹਦੀ ਰਹਿਮਤ ਤੇ ਯਕੀਨ ਹੁੰਦਾ ਹੈ ਨਾ, ਉਹਦੀ ਕਿਰਪਾ ਤੇ ਯਕੀਨ ਹੁੰਦਾ ਹੈ, ਉਹਨੂੰ ਪਤਾ ਕਿ ਉਹਦੀ ਰਹਿਮਤ ਮੇਰੇ ਨਾਲ ਹੈ ਤਾਂ ਮੈਂ ਅਸਫਲ ਕਦੀ ਹੋ ਹੀ ਨਹੀਂ ਸਕਦਾ। ਮੈਨੂੰ ਡਰਨ ਦੀ ਕੀ ਜ਼ਰੂਰਤ ਹੈ ਕਿ ਠੀਕ ਹੈ, ਅਗਰ ਇੱਥੇ ਨਹੀਂ, ਉਹਦੀ ਰਹਿਮਤ ਮੇਰੇ ਨਾਲ ਹੈ, ਉਹਨਾਂ ਮੇਰੇ ਵਾਸਤੇ ਕੁਝ ਹੋਰ ਅੱਛਾ ਸੋਚਿਆ। ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ।